ਜਿਹੜਾ ਆਧਾਰ ਉਹਨਾਂ ਨੇ ਅਗਲੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਫੇਸ ਕਰਨ ਲਈ ਬਣਾਇਆ ਸੀ ਕਿ ਅਸੀਂ ਇਹ ਕਵਾਂਗੇ ਜੀ ਸਾਨੂੰ ਕੈਪਟਨ ਨੇ ਕੰਮ ਨਹੀਂ ਕਰਨ ਦਿੱਤਾ, ਹੁਣ ਸਾਨੂੰ ਦੁਬਾਰਾ ਮੌਕਾ ਦਿਓ। ਹੁਣ ਉਹ ਦੂਜੀ ਵਾਰੀ ਦੁਬਾਰਾ ਮੌਕਾ ਮੰਗਣ ਜੋਗੇ ਨਹੀਂ ਰਹਿਣਗੇ। ਦਲਿਤ ਮੁੱਖ ਮੰਤਰੀ ਬਣਨ ਦੇ ਨਾਲ ਘੱਟੋ ਘੱਟ ਦਲਿਤਾਂ ਨੂੰ ਇਹਨਾਂ 3 ਮਹੀਨਿਆਂ 'ਚ ਇਹ ਤਾਂ ਪਤਾ ਲੱਗ ਜਾਊਗਾ ਕਿ ਜੇ ਅਸੀਂ ਅਗਲੀ ਇਲੈਕਸ਼ਨ 'ਚ ਇਹ ਸੋਚ ਕੇ ਵੋਟ ਪਾਉਂਦੇ ਵੀ ਸਾਡਾ ਕੋਈ ਦਲਿਤ ਮੁੱਖ ਮੰਤਰੀ ਬਣ ਜਾਣਾ ਤੇ ਫਿਰ ਸਾਡਾ ਪਤਾ ਨਹੀਂ ਕਿੰਨਾ ਕੁ ਭਲਾ ਹੋ ਜਾਣਾ, ਉਹ ਵੀ ਵਹਿਮ ਨਿਕਲ ਜਾਏਗਾ। ਆਲਮੋਸਟ 30-35 ਸਾਲ ਬਾਅਦ ਫਿਰ ਸਾਰੀਆਂ ਰਿਪੀਟ ਹੋ ਰਹੀਆਂ ਨੇ। ਉਸ ਵੇਲੇ ਵੀ ਇਸੇ ਤਰੀਕੇ ਨਾਲ ਬੇਅਦਬੀਆਂ ਹੋਈਆਂ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਤੰਬਾਕੂ ਸੁੱਟਿਆ ਗਿਆ ਹੈ ਨਾ, ਹੋਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ। ਤਾਂ ਉਹਨਾਂ ਨੂੰ ਨਬਜ਼ ਪਤਾ ਵੀ ਕਿੱਥੇ ਜਾ ਕੇ ਇਸ ਕੌਮ ਦੀ ਜਿਹੜੀ ਨਬਜ਼ ਦੱਬਾਂਗੇ ਤੇ ਰਿਐਕਟ ਕਰੇਗੀ। ਜਿਹੜਾ ਸੈਕਸ਼ਨ ਇਹ ਬਾਰ-ਬਾਰ ਬੇਅਦਬੀ ਕਰ ਰਿਹਾ, ਜੇ ਤੁਸੀਂ 15 ਤੋਂ ਲੈ ਕੇ 21 ਤੱਕ ਦੀਆਂ ਪਿਛਲੀਆਂ 5-6 ਸਾਲ ਦੀਆਂ ਘਟਨਾਵਾਂ ਤੇ ਜ਼ਿਕਰ ਕਰੋ ਤਾਂ ਇਹਦੇ ਵਿੱਚ 90% ਜਿਹੜੀ ਇਨਵੋਲਵਮੈਂਟ ਹੈ ਉਹ ਡੇਰਾ ਪ੍ਰੇਮੀਆਂ ਦੀ ਹੈ। ਇੱਕ ਛੋਟੇ-ਮੋਟੇ ਚੋਰ ਨੂੰ ਤੁਸੀਂ ਵੱਡਾ ਡਾਕੂ ਬਣਾਉਣ ਦੀ ਜਿਨ੍ਹਾਂ ਦਾ ਰੋਲ ਰਿਹਾ, ਜਿਹਦੇ ਵਿੱਚ 2007 ਤੋਂ ਲੈ ਕੇ 17 ਤੱਕ ਅਕਾਲੀਆਂ ਦਾ ਰਾਜ ਰਿਹਾ, ਉਸੇ ਰਸਤੇ ਤੇ ਕੈਪਟਨ ਤੁਰਿਆ ਅਗਲੇ 4.5 ਸਾਲ। ਜੇ ਕੇਸਾਂ ਦੇ ਵਿੱਚ ਸੰਗਤ ਦੇ ਪ੍ਰੈਸ਼ਰ ਨਾਲ ਫੜ ਵੀ ਲਏ ਜਾਂਦੇ ਤੇ ਉਹਨਾਂ ਦੀਆਂ ਛੇਤੀ ਜ਼ਮਾਨਤਾਂ ਕਰਵਾ ਦਿੱਤੀਆਂ ਜਾਂਦੀਆਂ, ਔਰ ਇੱਥੋਂ ਤੱਕ ਜ਼ਮਾਨਤਾਂ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। ਇੱਕ ਡੇਰਾ ਪ੍ਰੇਮੀ ਜਿਹੜੇ ਗੁਰੂ ਸਾਹਿਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ ਨਫ਼ਰਤ ਭਰ ਕੇ ਬੈਠੇ ਹੋਏ ਨੇ, ਉਹਨਾਂ ਨੂੰ ਜਦੋਂ ਉਹ ਇਹੋ ਜਿਹਾ ਕਦਮ ਉਦੋਂ ਹੀ ਚੱਕਦੇ ਨੇ ਜਦੋਂ ਰਾਜਨੀਤਿਕ ਸ਼ਹਿ ਜਾਂ ਬਚਣ ਦਾ ਰਾਹ ਦਿਸਦਾ ਹੋਵੇ। ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਤੱਕ ਇਤਿਹਾਸ 'ਚ ਜਿੰਨੀਆਂ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ ਤਾਂ ਉਹਦੇ ਪਿੱਛੇ ਇਹ ਸਭ ਤੋਂ ਡਿਫਰੈਂਟ ਇਸ ਕਰਕੇ ਆ ਵੀ ਸਾਨੂੰ ਲਲਕਾਰ ਕੇ ਕਹਿ ਕੇ ਬੇਅਦਬੀ ਕੀਤੀ ਗਈ। ਉਹਨਾਂ ਨੂੰ ਬਚਾਉਣ ਲਈ ਆਖਰੀ ਸਮੇਂ ਦੇ ਵਿੱਚ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਦੋਂ ਤੋਂ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੀ ਵਿਧਾਇਕ ਮੰਡਲ ਦੇ ਵਿੱਚ ਇੱਕ ਵੱਡਾ ਭੁਚਾਲ ਆਇਆ ਹੋਇਆ ਸੀ, ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦਿੱਤਾ ਗਿਆ। ਪਰ ਜੇ ਅਸੀਂ ਗੱਲ ਕਰੀਏ ਵਾਅਦਿਆਂ ਦੀ, ਤਾਂ ਕਾਂਗਰਸ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਪਿਛਲੇ ਸਮੇਂ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਸੀ, ਘਰ ਘਰ ਰੁਜ਼ਗਾਰ ਦੀ ਗੱਲ ਕੀਤੀ ਸੀ, ਬੇਅਦਬੀ ਕਾਂਡ ਦੇ ਜਿਹੜੇ ਇਨਸਾਫ ਦਿਵਾਉਣ ਦੀ ਗੱਲ ਕੀਤੀ ਸੀ। ਹਾਲੇ ਤੱਕ ਵੀ ਉਹ ਸਾਰਾ ਕੁਝ ਪੈਂਡਿੰਗ ਆ। ਸਮਾਂ ਬਹੁਤ ਥੋੜ੍ਹਾ ਹੈ ਪਰ ਜੋ ਕੰਮ ਆ ਬਹੁਤ ਵੱਡੇ ਨੇ। ਇਸੇ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਡੇ ਜੁੜੇ ਹੋਏ ਨੇ ਸਰਦਾਰ ਸੁਖਦੇਵ ਸਿੰਘ ਫਗਵਾੜਾ ਜੀ। ਸਵਾਗਤ ਹੈ ਪਹਿਲਾਂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੁਖਦੇਵ ਸਿੰਘ ਜੀ, ਸੂਬੇ ਦੇ ਵਿੱਚ ਸਮਾਂ ਥੋੜ੍ਹਾ ਰਹਿ ਗਿਆ ਕਾਂਗਰਸ ਦਾ, ਪਰ ਕੰਮ ਬਹੁਤ ਵੱਡੇ ਨੇ। ਕੀ ਮੰਨਦੇ ਹੋ ਕਿ ਚਰਨਜੀਤ ਸਿੰਘ ਚੰਨੀ ਇਹ 'ਤੇ ਖਰੇ ਉਤਰਨਗੇ? ਦੇਖੋ, ਦੋ ਤਰ੍ਹਾਂ ਦੇ ਨੈਰੇਟਿਵ ਜਿਹੜੇ ਨੇ ਉਹ ਸਿਰਜੇ ਜਾ ਰਹੇ ਸੀ, ਔਰ ਮੈਨੂੰ ਲੱਗਦਾ ਵੀ ਬਹੁਤ ਸਾਰੇ ਸਾਰੇ ਹੀ ਪੰਜਾਬ ਦੇ ਲੋਕ ਉਸ ਨੈਰੇਟਿਵ ਦਾ ਹਿੱਸਾ ਬਣ ਵੀ ਗਏ ਸੀ। ਇੱਕ ਤਾਂ ਇਹ ਕਿ ਕਾਂਗਰਸ ਦੇ ਵਿਚਕਾਰ ਇੱਕ ਜਿਹੜਾ ਬਾਗੀ ਧੜਾ ਜਿਹਨੂੰ ਕਹਿ ਸਕਦੇ ਹਾਂ, ਉਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੇ ਵਿੱਚ ਕਾਮਯਾਬ ਹੁੰਦਾ ਜਾ ਰਿਹਾ ਸੀ ਕਿ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ, ਸਾਡਾ ਫੇਲੀਅਰ ਵੀ ਰਿਹਾ, ਪਰ ਉਹਦੇ ਲਈ ਸਿਰਫ ਤੇ ਸਿਰਫ ਮੁੱਖ ਮੰਤਰੀ ਜ਼ਿੰਮੇਵਾਰ ਹੈ। ਔਰ ਉਹਦੇ ਵਿੱਚ ਇੱਕ ਇਸ਼ਾਰਾ ਇਹ ਸੀ ਵੀ ਸਾਨੂੰ ਅਗਲੀ ਇਲੈਕਸ਼ਨ ਦੇ ਵਿੱਚ ਦੁਬਾਰਾ ਜਿਤਾਓ, ਔਰ ਅਗਲੀ ਵਾਰ ਜਿਹੜਾ ਸਾਡਾ ਮੁੱਖ ਮੰਤਰੀ ਚਿਹਰਾ ਉਹ ਕੈਪਟਨ ਨਹੀਂ ਹੋਊਗਾ, ਔਰ ਉਹਦੇ ਨਾਲ ਅਸੀਂ ਜਿਹੜੇ ਕੰਮ ਹੁਣ ਨਹੀਂ ਕਰ ਪਾਏ ਉਹ ਅਗਲੇ 5 ਸਾਲਾਂ 'ਚ ਕਰ ਲਾਂਗੇ। ਇੱਕ ਤਾਂ ਇਹ ਨੈਰੇਟਿਵ ਸੀ। ਦੂਸਰਾ ਨੈਰੇਟਿਵ ਜਿਹੜਾ ਓਪੋਜੀਸ਼ਨ ਨੇ ਸਿਰਜਿਆ, ਚਾਹੇ ਉਹ ਬੀਜੇਪੀ ਸੀ, ਚਾਹੇ ਉਹ ਅਕਾਲੀ ਦਲ ਸੀ ਜਾਂ ਬੀਐਸਪੀ ਸੀ, ਕਿ ਜਾਤ ਆਧਾਰਿਤ ਜਿਹੜੀ ਪੋਲੀਟਿਕਸ ਦਾ ਜਿਹੜਾ ਪੱਤਾ ਖੇਡਿਆ ਗਿਆ ਕਿ ਜੇ ਦਲਿਤ ਉਪ ਮੁੱਖ ਮੰਤਰੀ ਬਣ ਜਾਏਗਾ, ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਸਿੱਖ ਮੁੱਖ ਮੰਤਰੀ ਬਣ ਜਾਏਗਾ, ਹਾਲਾਂਕਿ ਉਹ ਕੋਈ ਨਵੀਂ ਗੱਲ ਨਹੀਂ ਸੀ ਪਿਛਲੇ 70 ਸਾਲਾਂ 'ਚੋਂ। ਅਤੇ ਇੱਕ ਨੈਰੇਟਿਵ ਇਹ ਵੀ ਸਿਰਜਿਆ ਜਾ ਰਿਹਾ ਸੀ ਉਦੋਂ ਪਤਾ ਨਹੀਂ ਕੀ ਹੋ ਜਾਣਾ ਹੈ ਨਾ, ਵੀ ਜੇ ਦਲਿਤ ਉਪ ਮੁੱਖ ਮੰਤਰੀ ਬਣ ਜਾਏਗਾ, ਜਾਂ ਬੀਜੇਪੀ ਕਹਿੰਦੀ ਸੀ ਅਸੀਂ ਦਲਿਤ ਮੁੱਖ ਮੰਤਰੀ ਬਣਾਵਾਂਗੇ, ਦਲਿਤਾਂ ਨਾਲ ਪੋਲੀਟੀਕਲ ਵਿਤਕਰਾ ਹੋ ਰਿਹਾ। ਇੱਕ ਕਹਿੰਦੇ ਸੀ ਜੀ ਹਿੰਦੂਆਂ ਨਾਲ ਪੋਲੀਟੀਕਲ ਵਿਤਕਰਾ ਹੋ ਰਿਹਾ, ਉਹ ਕਿਉਂ ਨਹੀਂ ਮੁੱਖ ਮੰਤਰੀ ਬਣ ਸਕਦਾ। ਤਾਂ ਆਹ ਜਿਹੜੀਆਂ ਇੱਕ ਬੇਲੋੜੇ ਇਸ਼ੂ ਸੀ ਵੀ ਜਿਹਦੇ ਆਧਾਰ ਦੇ ਉੱਤੇ ਅਗਲੀ 2022 ਦੀ ਇਲੈਕਸ਼ਨ ਲੜੀ ਜਾਣੀ ਸੀ। ਹੁਣ ਮੈਨੂੰ ਲੱਗਦਾ ਹੈ ਕਿ ਸਾਰੇ ਸਰਕਮਸਟੈਂਸਸ ਚੇਂਜ ਹੋ ਜਾਣਗੇ। ਦਲਿਤ ਮੁੱਖ ਮੰਤਰੀ ਬਣਨ ਦੇ ਨਾਲ ਘੱਟੋ ਘੱਟ ਦਲਿਤਾਂ ਨੂੰ ਇਹਨਾਂ 3 ਮਹੀਨਿਆਂ 'ਚ ਇਹ ਤਾਂ ਪਤਾ ਲੱਗ ਜਾਊਗਾ ਕਿ ਜੇ ਅਸੀਂ ਅਗਲੀ ਇਲੈਕਸ਼ਨ 'ਚ ਇਹ ਸੋਚ ਕੇ ਵੋਟ ਪਾਉਂਦੇ ਵੀ ਸਾਡਾ ਕੋਈ ਦਲਿਤ ਮੁੱਖ ਮੰਤਰੀ ਬਣ ਜਾਣਾ ਤੇ ਫਿਰ ਸਾਡਾ ਪਤਾ ਨਹੀਂ ਕਿੰਨਾ ਕੁ ਭਲਾ ਹੋ ਜਾਣਾ, ਉਹ ਵੀ ਵਹਿਮ ਨਿਕਲ ਜਾਏਗਾ। ਠੀਕ ਹੈ। ਜਿਹੜਾ ਬਾਗੀ ਧੜੇ ਨੇ ਇੱਕ ਨੈਰੇਟਿਵ ਸਿਰਜਿਆ ਸੀ ਕਿ ਕੈਪਟਨ ਨਹੀਂ ਕੰਮ ਹੋਣ ਦਿੰਦਾ, ਕੈਪਟਨ ਅਕਾਲੀਆਂ ਨਾਲ ਰਲਿਆ, ਉਹਨੇ ਜਸਟਿਸ ਨਹੀਂ ਦੇਣ ਦਿੱਤਾ ਇਸ਼ੂਜ਼ ਦੇ ਉੱਤੇ, ਉਹਨੇ ਕਰਪਸ਼ਨ ਨਹੀਂ ਜਿਹੜੀ ਰੁਕਣ ਦਿੱਤੀ, ਉਹਨੇ ਮਾਫੀਆ ਨੂੰ ਆਪਰੇਟ ਕੀਤਾ। ਹੁਣ 3 ਮਹੀਨਿਆਂ ਦੇ ਵਿੱਚ ਉਹ ਵੀ ਵਹਿਮ ਨਿਕਲ ਜਾਣਾ। ਠੀਕ ਨਹੀਂ, ਵੀ ਜਿਹੜੀ ਓਟ ਉਹਨਾਂ ਨੇ ਅਗਲੇ 5 ਸਾਲਾਂ ਲਈ ਲੈਣੀ ਸੀ, ਉਹ ਹੁਣ ਇਸ 3 ਮਹੀਨੇ ਦੇ ਕੀਤੇ ਹੋਏ ਕੰਮ 'ਤੇ ਡਿਪੈਂਡ ਕਰੇਗੀ ਕਿ ਉਹ ਸੱਚ ਬੋਲ ਰਹੇ ਸੀ ਕਿ ਝੂਠ ਬੋਲ ਰਹੇ ਸੀ। ਜੇ 3 ਮਹੀਨਿਆਂ ਦੇ ਵਿੱਚ ਉਹ ਵੀ ਕੋਈ ਰਿਜ਼ਲਟ ਨਹੀਂ ਦੇ ਪਾਏ ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ ਆਧਾਰ ਉਹਨਾਂ ਨੇ ਅਗਲੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਫੇਸ ਕਰਨ ਲਈ ਬਣਾਇਆ ਸੀ ਕਿ ਅਸੀਂ ਇਹ ਕਵਾਂਗੇ ਜੀ ਸਾਨੂੰ ਕੈਪਟਨ ਨੇ ਕੰਮ ਨਹੀਂ ਕਰਨ ਦਿੱਤਾ, ਹੁਣ ਸਾਨੂੰ ਦੁਬਾਰਾ ਮੌਕਾ ਦਿਓ,
ਹੁਣ ਉਹ ਦੂਜੀ ਵਾਰੀ ਦੁਬਾਰਾ ਮੰਗਣ ਜੋਗੇ ਨਹੀਂ ਰਹਿਣਗੇ ਜੇ ਇਹਨਾਂ 100 ਦਿਨਾਂ 'ਚ ਕੋਈ ਰਿਜ਼ਲਟ ਨਹੀਂ ਦੇ ਪਾਏ। ਸੁਖਜਿੰਦਰ ਸਿੰਘ ਰੰਧਾਵਾ ਜਾਂ ਉਹਨਾਂ ਦਾ ਕਹਿਣਾ ਸੀ ਕਿ 4 ਮਹੀਨੇ ਤਾਂ ਬਹੁਤ ਨੇ, 4 ਦਿਨ ਹੀ ਕਹਿੰਦੇ ਜੇ ਕਰਨਾ ਕੰਮ ਕਰਨੇ ਹੁਣ ਤਾਂ 4 ਦਿਨ ਹੀ ਬਹੁਤ ਹੁੰਦੇ। ਤਾਂ ਉਹੀ ਗੱਲ ਤਾਂ ਉੱਥੇ ਹੀ ਹੈ ਕਿ ਇਹੀ ਜਿਹੜੀਆਂ ਗੱਲਾਂ ਨੇ ਕਈ ਵਾਰੀ ਲੀਡਰਾਂ ਦੇ ਜੜੀ ਬਹਿ ਜਾਂਦੀਆਂ ਨੇ। ਇਸ ਤੋਂ ਪਹਿਲਾਂ ਜਿਹੜਾ ਦਾਅਵਾ ਕੀਤਾ ਗਿਆ ਸੀ ਕਿ ਪ੍ਰਤਾਪ ਬਾਜਵਾ ਵਰਗੇ ਲੀਡਰ ਨੇ, ਹੋਰ ਬਹੁਤ ਸਾਰੇ ਲੀਡਰ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਵੀ 1 ਹਫ਼ਤੇ ਦੇ ਵਿੱਚ ਕਾਰਵਾਈ ਹੋ ਜੂ, 4 ਮਹੀਨਿਆਂ ਦੇ ਵਿੱਚ ਆਹ ਕਰ ਦਿਆਂਗੇ। ਤਾਂ ਉਹ ਜਿਹੜੇ ਇੱਕ ਵਾਰੀ ਝੂਠੇ ਸਾਬਤ ਹੋ ਚੁੱਕੇ ਨੇ, ਮੰਨ ਲਓ ਦੂਜੀ ਵਾਰੀ ਹੁਣ ਤਾਂ ਕੋਈ ਵਾਅਦਾ ਨਹੀਂ ਕਰ ਰਹੇ, ਹੁਣ ਤੇ ਮੂੰਹ ਗੱਲਾਂ ਕਰ ਰਹੇ ਨੇ। ਹੁਣ ਤਾਂ ਲੋਕਾਂ ਨੇ ਕਹਿ ਦੇਣਾ ਵੀ ਠੀਕ ਹੈ ਜੀ, ਚਲੋ ਮੰਨ ਲਿਆ ਵੀ ਕੈਪਟਨ ਨੇ 4.5 ਸਾਲ ਕੁਝ ਨਹੀਂ ਕੀਤਾ। ਤੁਸੀਂ ਕਹਿੰਦੇ ਸੀ 4 ਮਹੀਨਿਆਂ 'ਚ ਆ ਹੋ ਸਕਦਾ, ਤੁਸੀਂ ਕਹਿੰਦੇ ਸੀ 4 ਦਿਨਾਂ 'ਚ ਆ ਹੋ ਸਕਦਾ, ਹੁਣ ਬਚੇ ਹੋਏ 3 ਮਹੀਨਿਆਂ 'ਚ ਕੀ ਕਰਦੇ ਹੋ ਦੇਖਦੇ ਹਾਂ। ਤਾਂ ਮੈਨੂੰ ਇਹ ਲੱਗਦਾ ਕਿ ਇਹ ਦੋ ਧਾਰੀ ਤਲਵਾਰ ਹੈ। ਇਹਦੇ 'ਚੋਂ ਜੇ ਕੋਈ ਬਹੁਤ ਅੱਛੇ ਨਤੀਜੇ ਨਿਕਲ ਆਉਂਦੇ ਨੇ ਇਹ 3 ਮਹੀਨਿਆਂ ਦੀ ਗਵਰਨੈਂਸ ਦੇ ਵਿੱਚੋਂ, ਤਾਂ ਫਿਰ ਇਹ ਫੇਸ ਕਰਨ ਜੋਗੇ ਹੋ ਜਾਣਗੇ ਔਰ ਆਪਣੀ ਕਹੀ ਹੋਈ ਗੱਲ ਨੂੰ ਸੱਚ ਸਾਬਤ ਕਰਨ ਜੋਗੇ ਹੋ ਜਾਣਗੇ ਵੀ ਕੰਮ ਹੋ ਸਕਦੇ ਸੀ ਪਰ ਕੈਪਟਨ ਨੇ ਹੋਣ ਨਹੀਂ ਦਿੱਤੇ। ਤੇ ਜੇ ਇੱਥੇ ਫੇਲੀਅਰ ਹੋ ਜਾਂਦਾ ਤੇ ਮੈਨੂੰ ਲੱਗਦਾ ਇਹ ਦੂਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣ ਜੋਗੇ ਵੀ ਨਹੀਂ ਰਹਿਣਗੇ। ਮਤਲਬ ਇਹ 100% ਫੇਲ ਹੋ ਜਾਏਗੀ ਕਾਂਗਰਸ ਗਵਰਨਮੈਂਟ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਕੀਤੀਆਂ ਜਾ ਰਹੀਆਂ ਨੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਕਾਂਗਰਸ ਨੇ ਸਾਰਾ ਘੜਾ ਜਿਹੜਾ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਭੰਡ ਸਿਰ ਤੇ ਭੰਨ ਕੇ ਤੇ ਇੱਕ ਪਾਸੇ ਕਰ ਦਿੱਤਾ ਤੇ ਹੁਣ ਆਪਣਾ ਜਿਹੜਾ ਮੈਦਾਨ ਆ ਉਹ ਕਲੀਅਰ ਕਰਨ ਦੀ ਕੋਸ਼ਿਸ਼ਾਂ ਵਿੱਚ ਲੱਗੀ ਹੋਈ। ਨਹੀਂ, ਬਟ ਉਹ ਕੋਸ਼ਿਸ਼ ਠੀਕ ਹੈ, ਉਹ ਕਾਮਯਾਬ ਵੀ ਹੋਈ, ਪਰ ਅਲਟੀਮੇਟਲੀ ਜੇ ਤਾਂ ਇਹ ਇਲੈਕਸ਼ਨ ਤੋਂ ਕੋਈ 15-20 ਦਿਨ ਮਹੀਨਾ ਪਹਿਲਾਂ ਹੁੰਦਾ ਫਿਰ ਤਾਂ ਇਹ ਕਹਿ ਸਕਦੇ ਸੀ ਜੀ ਹੁਣ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ। ਉਦੋਂ ਤਾਂ ਕੀ ਹੋਣਾ ਸੀ ਵੀ ਚੋਣਾਂ ਤੋਂ ਪਹਿਲਾਂ ਮਹੀਨਾ ਪਹਿਲਾਂ ਸਿਰਫ ਮੁੱਖ ਮੰਤਰੀ, ਆਉਣ ਵਾਲੇ ਮੁੱਖ ਮੰਤਰੀ ਦਾ ਚਿਹਰਾ ਬਦਲ ਦਿੱਤਾ ਜਾਂਦਾ ਤੇ ਇਸ ਮੁੱਖ ਮੰਤਰੀ ਦੇ ਰਹਿੰਦਿਆਂ ਕੋਡ ਆਫ ਕੰਡਕਟ ਲੱਗ ਜਾਣਾ ਸੀ। ਫਿਰ ਤਾਂ ਇਹ ਕਹਿ ਸਕਦੇ ਸੀ ਹੈ ਨਾ ਵੀ ਬਾਗੀ ਧੜਾ ਜੀ, ਨਹੀਂ ਜੀ ਸਾਨੂੰ ਸੀਐਮ ਨੇ ਕੰਮ ਨਹੀਂ ਕਰਨ ਦਿੱਤਾ, ਹੁਣ ਸਾਨੂੰ ਪਾਰਟੀ ਨੇ ਨਵਾਂ ਸੀਐਮ ਫੇਸ ਦੇ ਦਿੱਤਾ ਵਾ, ਇਹਨੂੰ ਮੌਕਾ ਦਿਓ। ਹੁਣ ਕੀ ਕਹਿਣਗੇ? ਹੁਣ ਜਿਹੜਾ 3 ਮਹੀਨੇ ਦਾ ਟਾਈਮ ਆ ਇਹਦੇ ਵਿੱਚ ਕੀਤੇ ਹੋਏ ਕੰਮ, ਇਹਨਾਂ ਲਈ ਇੱਕ ਦਿਨ ਕੀਮਤੀ ਹੈ। ਇਹ 100 ਦਿਨ ਇਹਨਾਂ ਨੂੰ ਅਗਲੀ ਸਰਕਾਰ ਬਣਾਉਣ ਦੇ ਵਿੱਚ ਜਿਹੜਾ ਮਦਦਗਾਰ ਵੀ ਸਾਬਤ ਹੋ ਸਕਦੇ ਨੇ। ਪਰ ਇਹ 100 ਦਿਨਾਂ ਦੇ ਵਿੱਚ ਜੇ ਕੋਈ ਰਿਜ਼ਲਟ ਨਹੀਂ ਨਿਕਲਦਾ ਤਾਂ ਇਹਨਾਂ ਦਾ ਸਿਰਜਿਆ ਹੋਇਆ ਨੈਰੇਟਿਵ ਜਿਹੜਾ ਪਿਛਲੇ 4 ਮਹੀਨਿਆਂ ਤੋਂ ਵੀ ਸੀਐਮ ਰਲਿਆ, ਸੀਐਮ ਕੰਮ ਨਹੀਂ ਕਰਨ ਦਿੰਦਾ, ਅਫਸਰਸ਼ਾਹੀ ਦਾ ਬੋਲਬਾਲਾ, ਹੁਣ ਤੇ ਸਾਰੇ ਅਧਿਕਾਰ ਮਿਲ ਗਏ ਨੇ। ਤੇ ਜੇ ਇਹ 3 ਮਹੀਨਿਆਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਮਿਲਿਆ, ਕੋਈ 30-40% ਜਾਂ 50% ਰਿਜ਼ਲਟ ਵੀ ਨਹੀਂ ਦੇ ਪਾਏ, ਤਾਂ ਫਿਰ ਉਹ ਸਾਰੇ ਨੈਰੇਟਿਵ ਜਿਹੜਾ ਆ ਉਹਦੇ ਤੇ ਪਾਣੀ ਫਿਰ ਜਾਣਾ। ਤੇ ਅਗਲੀ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਚਾਹੇ ਉਹ ਕਾਂਗਰਸ ਦੇ ਵਿੱਚ ਕੈਪਟਨ ਦਾ ਹਮਾਇਤੀ ਧੜਾ ਤੇ ਚਾਹੇ ਬਾਗੀ ਧੜਾ, ਇਹ ਦੋਵੇਂ ਹੀ ਖਤਮ ਹੋ ਸਕਦੇ ਨੇ ਜੇ 100 ਦਿਨਾਂ 'ਚ ਰਿਜ਼ਲਟ ਨਾ ਦਿੱਤਾ ਤਾਂ। ਜੇਕਰ ਬੇਅਦਬੀ ਕਾਂਡ ਦੀ ਗੱਲ ਕਰੀਏ, ਇਨਸਾਫ ਉਹਦਾ ਵੀ ਨਹੀਂ ਮਿਲਿਆ ਤੇ ਪਰ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਅਨੰਦਪੁਰ ਸਾਹਿਬ ਜਿਹੜੀ ਘਟਨਾ ਹੋਈ ਹਾਲੇ ਤੱਕ ਉਹਦਾ ਸਪਸ਼ਟ ਨਹੀਂ ਹੋ ਸਕਿਆ ਕੀ ਹੋਣਾ। ਸਰਕਾਰ ਬੇਅਦਬੀ ਮਾਮਲੇ ਦੇ ਉੱਪਰ ਕਿਉਂ ਨਹੀਂ ਸੀਰੀਅਸ ਲੈ ਰਹੀ ਤੇ ਕਿੰਨਾ ਕੁ ਇਨਸਾਫ ਦੇਣ 'ਚ ਇਹ ਜ਼ਿਆਦਾ ਲਾਮਬੰਦ ਹੋ ਰਹੀ ਹੈ? ਦੇਖੋ, ਇਹ ਪਹਿਲੀ ਗੱਲ ਤਾਂ ਇਹ ਸਿਰਫ ਰਾਜਨੀਤਿਕ ਮਸਲਾ ਜ਼ਰੂਰ ਹੈ, ਬਟ ਇਹ ਸਿਰਫ ਰਾਜਨੀਤਿਕ ਮਸਲਾ ਨਹੀਂ ਹੈ ਔਰ ਨਾ ਹੀ ਇਹਦੇ ਪਿੱਛੇ ਸਿਰਫ ਤੇ ਸਿਰਫ ਰਾਜਨੀਤਿਕ ਕਾਰਨ ਨੇ। ਅਲਟੀਮੇਟਲੀ ਇੱਕ ਬੜਾ ਵੱਡਾ ਸੈਕਸ਼ਨ ਜਿਹੜਾ ਹੈ, ਤੁਸੀਂ ਇਹ ਦੇਖੋ ਵੀ ਤੁਸੀਂ 78 ਤੋਂ ਲੈ ਕੇ 84 ਦੇ ਜਾਂ 86 ਦੇ ਨੇੜੇ ਦੀਆਂ ਜਿੰਨੀਆਂ ਘਟਨਾਵਾਂ ਨੇ ਆਲਮੋਸਟ 30-35 ਸਾਲ ਬਾਅਦ ਫਿਰ ਸਾਰੀਆਂ ਰਿਪੀਟ ਹੋ ਰਹੀਆਂ ਨੇ। ਉਸ ਵੇਲੇ ਵੀ ਇਸੇ ਤਰੀਕੇ ਨਾਲ ਬੇਅਦਬੀਆਂ ਹੋਈਆਂ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਤੰਬਾਕੂ ਸੁੱਟਿਆ ਗਿਆ ਹੈ ਨਾ, ਹੋਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ, ਮਹਾਰਾਜ ਦੇ ਸਰੂਪਾਂ ਦੀ ਜਿਹੜੀ ਇੱਕ ਤਿਆਰ ਕੀਤੀ ਹੋਈ ਗੱਡੀ ਨੂੰ ਅੱਗ ਲਾਈ ਗਈ ਹੈ ਨਾ, ਉਹਦੇ 'ਚ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ। ਤਾਂ ਉਹਨਾਂ ਨੂੰ ਨਬਜ਼ ਪਤਾ ਵੀ ਕਿੱਥੇ ਜਾ ਕੇ ਇਸ ਕੌਮ ਦੀ ਜਿਹੜੀ ਨਬਜ਼ ਦੱਬਾਂਗੇ ਤੇ ਰਿਐਕਟ ਕਰੇਗੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਾਰ ਕਰਾਂਗੇ ਤੇ ਪੂਰੀ ਕੌਮ ਦਾ ਜਿਹੜਾ ਰਿਐਕਸ਼ਨ ਆਉਣਾ ਸੁਭਾਵਕ ਹੈ। ਤਾਂ ਉਹ ਬਾਰ-ਬਾਰ ਉਹ ਨਬਜ਼ ਜਿਹੜੀ ਉਹ ਦੱਬੀ ਜਾ ਰਹੀ ਹੈ ਔਰ ਉਹਦੇ ਪਿੱਛੇ ਅਲਟੀਮੇਟਲੀ ਉਹ ਜਿਹੜਾ ਰਿਐਕਸ਼ਨਸ ਆ ਉਹਨੂੰ ਪੋਲੀਟੀਕਲੀ ਪੋਲਰਾਈਜ਼ਡ ਕਰਨ ਦੇ ਪਿੱਛੇ ਕਈ ਤਰ੍ਹਾਂ ਹੋ ਸਕਦੀਆਂ ਨੇ ਵੀ ਇਹਦੇ ਨਾਲ ਜਿਹੜੇ ਸਿੱਖ ਰਿਐਕਟ ਕਰਨਗੇ, ਪੋਲਰਾਈਜ਼ਡ ਹੋਣਗੇ ਔਰ ਉਹਦੀ ਰਾਜਨੀਤਿਕ ਜਿਹੜੀ ਉਸ ਪੋਲਰਾਈਜ਼ਡ ਹੋਈ ਧਿਰ ਦੀ ਵਰਤੋਂ ਕਿਵੇਂ ਕਰਨੀ ਹੈ। ਔਰ ਅਲਟੀਮੇਟਲੀ ਇੰਨੇ ਸਾਲਾਂ 'ਚ ਏਜੰਸੀਆਂ ਵੀ ਸਮਝ ਗਈਆਂ ਨੇ ਕਿ ਸਿੱਖਾਂ ਨੇ ਕੀ ਰਿਐਕਟ ਕਰਨਾ, ਕਿੱਥੇ ਤੱਕ ਰਿਐਕਟ ਕਰਨਾ ਔਰ ਇਹ ਗੱਲ ਕਿੱਥੇ ਤੱਕ ਪਹੁੰਚ ਸਕਦੀ ਹੈ। ਇਹ ਵਾਇਲੈਂਸ ਵਾਲੇ ਪਾਸੇ ਵੀ ਜਾ ਸਕਦੀ ਹੈ, ਇਹਦੇ ਨਾਲ ਪੋਲੀਟੀਕਲ ਸਰਕਮਸਟੈਂਸਸ ਵੀ ਚੇਂਜ ਹੋ ਸਕਦੇ ਨੇ, ਜਿਵੇਂ ਪਿਛਲੀ 2017 'ਚ ਹੋ ਵੀ ਗਏ ਔਰ ਅੱਜ ਤੱਕ ਹੁੰਦੇ ਆ ਰਹੇ ਨੇ। ਤੇ ਉਹ ਮੈਨੂੰ ਲੱਗਦਾ ਵੀ ਉਹ ਸਿਰਫ ਇਹਨੂੰ ਇੱਕ ਰਾਜਨੀਤਿਕ ਮਸਲੇ ਦੇ ਤੌਰ ਤੇ ਦੇਖਦੇ ਨੇ, ਪਰ ਅਲਟੀਮੇਟਲੀ ਇਹ ਕਿੱਧਰ ਨੂੰ ਗੱਲ ਤੁਰ ਪੈਣੀ ਹੈ। ਜੀਓ ਪੋਲਿਟਿਕਸ ਚੇਂਜ ਹੋ ਰਹੀ ਹੈ। ਜਦੋਂ ਇੱਕ ਤਰੀਕੇ ਨਾਲ ਪੂਰੀ ਕੌਮ ਨੂੰ ਤੁਸੀਂ ਝੰਜੋੜੋਗੇ, ਉਹਦੇ ਦਿਲ ਤੇ ਵਾਰ ਕਰੋਗੇ, ਤਾਂ ਉਹਦਾ ਰਿਐਕਸ਼ਨ ਜ਼ਰੂਰੀ ਨਹੀਂ ਕਿ ਹਰ ਵਾਰ ਪੋਲੀਟੀਕਲ ਲੋਕਾਂ ਜਾਂ ਏਜੰਸੀਆਂ ਦੀ ਸਮਝ ਦੇ ਮੁਤਾਬਿਕ ਹੀ ਆਊਗਾ। ਕਈ ਵਾਰੀ ਇਹ ਉਸ ਤੋਂ ਕ੍ਰਾਸ ਵੀ ਕਰ ਸਕਦਾ। ਔਰ ਦੂਸਰੇ ਪਾਸੇ ਜਿਹੜਾ ਹੈਗਾ ਵੀ ਇੱਕ ਜਿਹੜਾ ਸੈਕਸ਼ਨ ਇਹ ਬਾਰ-ਬਾਰ ਬੇਅਦਬੀ ਕਰ ਰਿਹਾ, ਜੇ ਤੁਸੀਂ 15 ਤੋਂ ਲੈ ਕੇ 21 ਤੱਕ ਦੀਆਂ ਪਿਛਲੀਆਂ 5-6 ਸਾਲ ਦੀਆਂ ਘਟਨਾਵਾਂ 'ਤੇ ਜ਼ਿਕਰ ਕਰੋ ਤਾਂ ਇਹਦੇ ਵਿੱਚ 90% ਜਿਹੜੀ ਇਨਵੋਲਵਮੈਂਟ ਹੈ ਉਹ ਡੇਰਾ ਪ੍ਰੇਮੀਆਂ ਦੀ ਹੈ। ਤਾਂ ਉਹਨਾਂ ਨੂੰ ਜਦੋਂ ਇੱਕ ਗਲੀ ਮਹੱਲੇ ਦੇ ਮਸਟੰਡੇ ਨੂੰ
ਇੱਕ ਛੋਟੇ-ਮੋਟੇ ਚੋਰ ਨੂੰ ਤੁਸੀਂ ਵੱਡਾ ਡਾਕੂ ਬਣਾਉਣ ਦੀ ਜਿਨ੍ਹਾਂ ਦਾ ਰੋਲ ਰਿਹਾ, ਜਿਹਦੇ ਵਿੱਚ 2007 ਤੋਂ ਲੈ ਕੇ 17 ਤੱਕ ਅਕਾਲੀਆਂ ਦਾ ਰਾਜ ਰਿਹਾ, ਔਰ ਉਸ ਤੋਂ ਬਾਅਦ ਵੀ ਉਸੇ ਰਸਤੇ ਤੇ ਕੈਪਟਨ ਤੁਰਿਆ ਅਗਲੇ 4.5 ਸਾਲ। ਤਾਂ ਲਗਾਤਾਰ ਜਿਹੜੀ ਡੇਰਾ ਪ੍ਰੇਮੀਆਂ ਨੂੰ ਸ਼ਹਿ ਦੇਣੀ ਔਰ ਉਹਨਾਂ ਨੂੰ ਕੇਸਾਂ ਦੇ ਵਿੱਚੋਂ ਬਚਾਉਣਾ, ਜੇ ਕੇਸਾਂ ਦੇ ਵਿੱਚ ਸੰਗਤ ਦੇ ਪ੍ਰੈਸ਼ਰ ਨਾਲ ਫੜ ਵੀ ਲਏ ਜਾਂਦੇ ਤੇ ਉਹਨਾਂ ਦੀਆਂ ਛੇਤੀ ਜ਼ਮਾਨਤਾਂ ਕਰਵਾ ਦਿੱਤੀਆਂ ਜਾਂਦੀਆਂ, ਔਰ ਇੱਥੋਂ ਤੱਕ ਜ਼ਮਾਨਤਾਂ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ, ਹੈ ਨਾ। ਤਾਂ ਉਹ ਜਿਹੜਾ ਟਰੀਟਮੈਂਟ ਬੇਅਦਬੀ ਦੇ ਦੋਸ਼ੀਆਂ ਨੂੰ ਦਿੱਤਾ ਜਾ ਰਿਹਾ, ਔਰ ਜਿੱਡਾ ਕੰਫਰਟ ਜ਼ੋਨ 'ਚ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਾਂਦਾ, ਔਰ ਉਸ ਤੋਂ ਬਾਅਦ ਜਿਹੜਾ ਜਿਹੋ ਜਿਹੀ ਜ਼ਿੰਦਗੀ ਇਹਨਾਂ ਨੂੰ ਮਿਲ ਰਹੀ ਹੈ, ਮੈਨੂੰ ਲੱਗਦਾ ਹੈ ਕਿ ਅਸਲ ਕਾਰਨ ਜਿਹੜਾ ਬੇਅਦਬੀਆਂ ਦਾ ਦੁਬਾਰਾ ਹੋਣ ਦਾ ਉੱਥੇ ਹੀ ਖੜ੍ਹਾ। ਅਤੇ ਜੇ ਹਾਲਾਂਕਿ ਇਹ ਗੱਲ ਵੀ ਹੈ ਕਿ ਪੰਥਕ ਰਵਾਇਤਾਂ ਦੇ ਮੁਤਾਬਕ ਵੀ ਕੁਛ ਕੁ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਨੇ, ਪਰ ਜਦ ਤੱਕ ਸਰਕਾਰ ਇਹਦੇ ਪ੍ਰਤੀ ਐਡੇ ਵੱਡੇ ਘਿਨਾਉਣੇ ਜੁਰਮ ਲਈ ਕੋਈ ਡਰ ਪੈਦਾ ਨਹੀਂ ਕਰਦੀ, ਵੱਡਾ ਡਰ ਨਹੀਂ ਪੈਦਾ ਕਰਦੀ, ਔਰ ਉਹਨਾਂ ਨੂੰ ਪੋਲੀਟੀਕਲ ਸ਼ੈਲਟਰ ਦੇਣਾ ਨਹੀਂ ਬੰਦ ਕਰਦੀਆਂ ਪੋਲੀਟੀਕਲ ਪਾਰਟੀਆਂ, ਚਾਹੇ ਉਹ ਬੀਜੇਪੀ ਹੈ, ਚਾਹੇ ਅੱਜ ਦੀ ਡੇਟ ਦੇ ਵਿੱਚ ਇੱਕ ਸੈਕਸ਼ਨ ਜਿਹੜੀ ਇੱਕ ਪੋਲੀਟੀਕਲ ਪਾਰਟੀ ਉਹ ਸੈਕਸ਼ਨ ਤੋਂ ਪੋਲੀਟੀਕਲ ਸ਼ੈਲਟਰ ਪਿੱਛੇ ਖਿੱਚਦੀ ਹੈ, ਦੂਜੀ ਪਾਰਟੀ ਸਪੇਸ ਖਾਲੀ ਦੇ ਕੇ ਮਗਰ ਆ ਜਾਂਦੀ ਹੈ। ਅਕਾਲੀਆਂ ਨੇ 10 ਸਾਲ ਸ਼ੈਲਟਰ ਕੀਤਾ, ਜਦੋਂ ਉਹਨਾਂ ਨੂੰ ਲੱਗਾ ਵੀ ਸਾਡੇ ਵੱਲੋਂ ਸਾਰਾ ਪੰਜਾਬ ਪੰਥ ਸਾਡੇ ਖਿਲਾਫ ਹੋ ਰਿਹਾ, ਜੇ ਥੋੜ੍ਹਾ ਜਿਹਾ ਉਹ ਪਿੱਛੇ ਹੋਣ ਲੱਗਦੇ ਨੇ ਤਾਂ ਕੈਪਟਨ ਦੇ ਨੇੜਲੇ ਕੁਝ ਮੰਤਰੀ ਡੇਰਾ ਪ੍ਰੇਮੀਆਂ ਦੀ ਸਪੋਰਟ 'ਤੇ ਆ ਜਾਂਦੇ ਨੇ। ਜਦੋਂ 3-4 ਸਾਲ ਉਹਨਾਂ ਨੂੰ ਲੱਗਦਾ ਵੀ ਸਾਡੇ ਵੱਲ ਨੂੰ ਸੇਕਾ ਆਉਣ ਲੱਗਦਾ, ਜਦੋਂ ਉਹ ਪਿੱਛੇ ਹਟਣ ਲੱਗਦੇ ਨੇ ਤੇ ਬੀਜੇਪੀ ਕੇਂਦਰ ਤੋਂ ਉਹਨਾਂ ਦੀ ਸ਼ਹਿਰ ਦੇ ਵਿੱਚ, ਜਿਵੇਂ ਉਹ ਅਰਦਾਸ ਵਾਲਾ ਮਾਮਲਾ, ਉਹਦੇ 'ਚ ਜਗ ਜ਼ਾਹਰ ਹੋ ਗਿਆ ਕਿ ਬੀਜੇਪੀ ਦੀ ਸਿੱਧੀ ਇਨਵੋਲਵਮੈਂਟ ਸੀ, ਉਹਨੂੰ ਪੈਰੋਲ ਦਿੱਤੀ ਜਾ ਰਹੀ ਹੈ। ਤਾਂ ਇਹ ਜਿਹੜਾ ਪੋਲੀਟੀਕਲ ਸ਼ੈਲਟਰ, ਇਹਦੇ ਪਿੱਛੇ ਅਸਲੀ ਇੱਕ ਸੈਕਸ਼ਨ ਦੇ ਅੰਦਰ ਜਿਹੜਾ ਨਫ਼ਰਤ ਭਰੀ ਹੋਈ ਹੈ, ਇੱਕ ਡੇਰਾ ਪ੍ਰੇਮੀ ਜਿਹੜੇ ਗੁਰੂ ਸਾਹਿਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ ਨਫ਼ਰਤ ਭਰ ਕੇ ਬੈਠੇ ਹੋਏ ਨੇ, ਉਹਨਾਂ ਨੂੰ ਜਦੋਂ ਉਹ ਇਹੋ ਜਿਹਾ ਕਦਮ ਉਦੋਂ ਹੀ ਚੱਕਦੇ ਨੇ ਜਦੋਂ ਰਾਜਨੀਤਿਕ ਸ਼ਹਿ ਜਾਂ ਬਚਣ ਦਾ ਰਾਹ ਦਿਸਦਾ ਹੋਊਗਾ। ਜਦੋਂ ਮੂਹਰੇ ਮੌਤ ਦੀਦੀ ਹੈ ਫਿਰ ਕੋਈ ਨਹੀਂ ਤੁਰਦਾ ਇਸ ਪਾਸੇ। ਤਾਂ ਜਦੋਂ ਇਹ ਪੋਲੀਟੀਕਲ ਸ਼ੈਲਟਰ ਪਿੱਛੇ ਹਟ ਜਾਊਗਾ ਔਰ ਇੱਕ ਤਰੀਕੇ ਨਾਲ ਐਡਾ ਵੱਡੇ ਗੁਨਾਹ ਨੂੰ ਸ਼ਹਿ ਦੇ ਕੇ ਤੁਸੀਂ ਇੱਕ ਛੋਟੀਆਂ ਹਲਕਿਆਂ ਦੇ ਵਿੱਚ 4-4, 5-5, 10-10 ਹਜ਼ਾਰ ਵੋਟਾਂ ਲੈਣ ਲਈ ਐਡੇ ਵੱਡੇ ਗੁਨਾਹ ਨੂੰ ਤੁਸੀਂ ਜਿਹੜੀ ਸ਼ੈਲਟਰ ਦੇ ਰਹੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਇਹਦਾ ਨੁਕਸਾਨ ਦੋ ਪੋਲੀਟੀਕਲ ਪਾਰਟੀਆਂ ਨੇ ਤਾਂ ਝੱਲ ਹੀ ਲਿਆ। ਜਿਹੜੀਆਂ ਰਹਿ ਗਈਆਂ ਨੇ, ਜਿਹੜੀਆਂ ਚਾਹੇ ਸੈਂਟਰ ਗੌਰਮੈਂਟ ਹੁਣ ਸ਼ੈਲਟਰ ਜਿਹਨੇ ਹੁਣ ਤਾਜ਼ਾ ਫਿਰ ਦੁਬਾਰਾ ਦੇਣਾ ਸ਼ੁਰੂ ਕੀਤਾ ਹੈ, ਰਹਿੰਦੀ ਖੁੰਦੀ ਕਸਰ ਉਹਨਾਂ ਦੀ ਵੀ ਨਿਕਲ ਜਾਏਗੀ। ਪਰ ਅਲਟੀਮੇਟਲੀ ਸਿੱਖਾਂ ਦਾ ਇਹਦੇ ਪ੍ਰਤੀ ਜਿਹੜਾ ਟੋਲਰੈਂਸ ਜਿਹੜੀ ਹੈਗੀ ਉਹ ਜ਼ੀਰੋ ਟੋਲਰੈਂਸ ਰੱਖਣੀ ਪੈਣੀ ਹੈ। ਜਿਹਦੀ ਸਾਬਤ ਹੁੰਦੀ ਹੈ ਕਿ ਇਹੋ ਜਿਹੇ ਸੈਕਸ਼ਨ ਨੂੰ ਪੋਲੀਟੀਕਲ ਉਹ ਸਪੋਰਟ ਕਰ ਰਿਹਾ, ਉਹਨਾਂ ਨੂੰ ਬੈਕਅਪ ਦੇ ਰਿਹਾ, ਉਹਦਾ ਟੋਟਲ ਬਾਈਕਾਟ ਜਿਹੜਾ ਉਹ ਸਿੱਖਾਂ ਵੱਲੋਂ, ਅਤੇ ਉਹ ਹਰ ਉਹ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਅਦਬ ਸਤਿਕਾਰ ਰੱਖਦਾ ਹੈ, ਉਹਨੂੰ ਉਹਦਾ ਟੋਟਲ ਜਿਹੜਾ ਉਹ ਉਸੇ ਵੇਲੇ ਰਾਜਨੀਤਿਕ ਬਾਈਕਾਟ ਕਰ ਦੇਣਾ ਚਾਹੀਦਾ ਹੈ। ਪਰ ਜੇ ਅਸੀਂ ਗੱਲ ਕਰੀਏ ਵੀ ਸਮੇਂ ਦੇ ਹਿਸਾਬ ਦੇ ਨਾਲ ਆਉਣ ਵਾਲੇ ਜੇ ਪੁਰਾਣੇ ਮਸਲਿਆਂ ਜੇ ਹੱਲ ਨਹੀਂ ਹੋਏ ਤੇ ਆਉਣ ਵਾਲੇ ਮਸਲਿਆਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ? ਕਿਉਂਕਿ ਜਦੋਂ ਅਸੀਂ ਪੁਰਾਣੇ ਮਸਲਿਆਂ ਦੇ ਵਿੱਚ ਇੰਨਾ ਜ਼ਿਆਦਾ ਕੁਝ ਹੋ ਚੱਲਾ, ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਤਾਂ ਜਿਹੜੇ ਸਿੱਖ ਸੰਗਤ ਦੇ ਵਿੱਚ ਜੋ ਰੋਸ ਹੁੰਦਾ ਉਹ ਠੰਡਾ ਹੋ ਜਾਂਦਾ ਸਮੇਂ ਦੇ ਹਿਸਾਬ ਨਾਲ। ਇਹ ਜਿਹੜਾ ਪੁਰਾਣੇ ਮਸਲੇ ਨਾ ਹੱਲ ਹੋਣਾ, ਅਗਲੇ ਮਸਲਿਆਂ ਦੇ ਨਾਲ ਫਿਰ ਮਸਲੇ ਤੇ ਮਸਲਾ ਖੜਾ ਹੋਈ ਜਾਂਦਾ, ਕਿੰਨਾ ਕੁ ਜ਼ਰੂਰੀ ਹੈ ਕਿ ਪੁਰਾਣੇ ਮਸਲੇ ਹੱਲ ਹੋਣ ਪਹਿਲਾਂ? ਨਹੀਂ, ਐਕਚੁਅਲੀ ਕੀ ਹੈ ਕਿ ਇੱਕ ਹਿਊਮਨ ਸਾਈਕੋਲੋਜੀ ਦਾ ਪਾਰਟ ਹੈ ਕਿ ਜਦੋਂ ਤੁਹਾਨੂੰ ਹਰ ਰੋਜ਼ ਨਵੇਂ ਤੋਂ ਨਵੇਂ ਮਸਲੇ 'ਤੇ ਉਲਝਾਇਆ ਜਾਂਦਾ, ਔਰ ਇੱਕ ਪੋਲੀਟੀਕਲ ਸਟ੍ਰੈਟਜੀ ਵੀ ਹੁੰਦੀ ਹੈ ਕਿ ਇੱਕ ਮੁੱਦੇ ਦੇ ਉੱਤੋਂ ਉਹਦੇ ਹੱਲ ਕਰਨ ਦੀ ਬਜਾਏ ਉਹਦਾ ਧਿਆਨ ਦੂਸਰੇ ਮੁੱਦੇ ਵੱਲ ਨੂੰ ਭਟਕਾ ਦਿਓ, ਦੂਜੇ ਤੋਂ ਤੀਜੇ ਤੋਂ ਚੌਥੇ ਵੱਲ ਭਟਕਾ ਦਿਓ, ਔਰ ਅਲਟੀਮੇਟਲੀ ਜਿਹੜਾ ਯੂਥ ਦੀ એનર્ਜੀ ਆ, ਸਿੱਖਾਂ ਦੀ એનર્ਜੀ ਆ, ਉਹ ਡਿਸਕਰੇਜ ਹੋ ਜਾਣਗੇ, ਡੀਮੋਰਲਾਈਜ਼ਡ ਹੋ ਜਾਣਗੇ, ਥੱਕ ਹਾਰ ਕੇ, ਮਤਲਬ ਜਿਵੇਂ ਕਹਿੰਦੇ ਵੀ ਅਸੀਂ ਕਿਸੇ ਨੂੰ ਭਜਾ ਕੇ ਥਕਾ ਕੇ ਮਾਰਦੇ ਹਾਂ, ਤਾਂ ਉਹੋ ਜਿਹੀ ਸਟ੍ਰੈਟਜੀ ਜਿਹੜੀ ਹੈ ਉਹ ਏਜੰਸੀਆਂ, ਚਾਹੇ ਉਹ ਸਟੇਟ ਗੌਰਮੈਂਟ ਆ ਜਾਂ ਸੈਂਟਰ ਗੌਰਮੈਂਟ ਹੈ, ਸ਼ੁਰੂ ਤੋਂ ਹੀ ਪਾਲਿਸੀ ਜਿਹੜੀ ਰੱਖੀ ਗਈ ਆ। ਦੂਸਰੀ ਗੱਲ ਇਹ ਹੁੰਦੀ ਹੈ ਕਿ ਬਿਨਾਂ ਲੋੜ ਤੋਂ ਕਈ ਵਾਰ ਵੱਡੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਛੋਟਿਆਂ ਨੂੰ ਤੂਲ ਦਿੱਤੀ ਜਾਂਦੀ ਹੈ, ਜਾਂ ਉਹਨੂੰ ਇੰਨਾ ਕੁ ਜਿਹੜਾ ਕਹਿ ਲਓ ਵੀ ਸੈਬੋਟਾਈਜ਼ ਕਰ ਦਿੱਤਾ ਜਾਂਦਾ ਹੈ, ਉਹਦੇ ਵੱਲੋਂ ਧਿਆਨ ਹਟਾ ਦਿੱਤਾ ਜਾਂਦਾ ਕਿ ਤੁਸੀਂ ਉਲਝੇ ਰਹਿ ਜਾਓ, ਅਲਟੀਮੇਟਲੀ ਆ ਕੇ ਤੁਸੀਂ ਘਰ ਬੈਠ ਜਾਓ, ਅਤੇ ਜਾਂ ਫਿਰ ਤੁਹਾਨੂੰ ਇਹ ਸਮਝ ਹੀ ਨਾ ਆਵੇ ਵੀ ਕਿ ਪਹਿਲਾਂ ਕਿਸ ਮੁੱਦੇ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਔਰ ਬਾਅਦ 'ਚ ਕਿਤੇ 'ਤੇ ਹੋਣੀ ਚਾਹੀਦੀ ਹੈ। ਤਾਂ ਇਹ ਇੱਕ ਪੋਲੀਟੀਕਲ ਸਟ੍ਰੈਟਜੀ ਤਾਂ ਹੈ ਹੀ ਹੈ, ਬਟ ਬਾਕੀ ਸਾਰੀਆਂ ਬੇਅਦਬੀਆਂ ਅਤੇ ਬਰਗਾੜੀ ਬੇਅਦਬੀ ਦੇ ਵਿੱਚ ਇੱਕ ਡਿਫਰੈਂਸ ਹੈ। ਹਾਲਾਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿੱਥੇ ਕੁਝ ਸਾਈਕੋ ਲੋਕਾਂ ਨੇ ਇੱਕ ਦੂਜੇ ਨੂੰ ਫਸਾਉਣ ਲਈ ਵੀ ਇਹੋ ਜਿਹੀਆਂ ਹਰਕਤਾਂ ਕੀਤੀਆਂ, ਬਟ ਬਰਗਾੜੀ ਬੇਅਦਬੀ ਇਹਦੇ ਵਿੱਚ ਸਪੈਸੀਫਿਕਲੀ ਇਸ ਕਰਕੇ ਇੰਪੋਰਟੈਂਟ ਹੈ ਕਿ ਉਹ ਲਲਕਾਰ ਕੇ ਕੀਤੀ ਗਈ। ਠੀਕ ਹੈ, ਪਹਿਲਾਂ ਸਰੂਪ ਚੋਰੀ ਕੀਤਾ ਜਾਂਦਾ, ਫਿਰ ਲਲਕਾਰਿਆ ਜਾਂਦਾ, ਫਿਰ ਬੇਅਦਬੀ ਕਰਨ ਤੋਂ ਪਹਿਲਾਂ ਇੰਟੀਮੇਟ ਕੀਤਾ ਜਾਂਦਾ ਵੀ ਅਸੀਂ ਕਰਨ ਲੱਗੇ ਹਾਂ, ਤੁਹਾਡੇ ਕੋਲ ਜੋ ਹੁੰਦਾ ਹੋ ਲਓ, ਹੈ ਨਾ। ਤਾਂ ਇਹ ਇੱਕ ਤਰ੍ਹਾਂ ਦੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਤੱਕ ਇਤਿਹਾਸ 'ਚ ਜਿੰਨੀਆਂ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ, ਤਾਂ ਉਹਦੇ ਪਿੱਛੇ ਇਹ ਸਭ ਤੋਂ ਡਿਫਰੈਂਟ ਇਸ ਕਰਕੇ ਆ ਵੀ ਸਾਨੂੰ ਲਲਕਾਰ ਕੇ ਕਹਿ ਕੇ ਬੇਅਦਬੀ ਕੀਤੀ ਗਈ, ਔਰ ਉਹਦੇ ਬਾਵਜੂਦ ਵੀ
ਇੱਕ ਦੋ ਦੋਸ਼ੀਆਂ ਤੋਂ ਇਲਾਵਾ ਜਿਨ੍ਹਾਂ ਨੂੰ ਪੰਥਕ ਰਵਾਇਤਾਂ ਦੇ ਮੁਤਾਬਕ ਸਜ਼ਾ ਮਿਲੀ ਹੈ, ਬਾਕੀ ਤਾਂ ਮਤਲਬ ਵਿਚਾਰੇ ਕੀ ਕਹੀਏ ਵੀ ਉਹਨਾਂ ਨੂੰ ਸਰਕਾਰ ਨੇ ਇਸ ਤਰੀਕੇ ਨਾਲ ਜਿਹੜਾ ਹੀਰੋ ਬਣਾ ਦਿੱਤਾ ਹੋਇਆ ਉਹਨਾਂ ਦੀ ਕਮਿਊਨਿਟੀ ਦੇ ਵਿੱਚ, ਉਹਨਾਂ ਦੀ ਜਿਹੜਾ ਡੇਰਾ ਪ੍ਰੇਮੀਆਂ ਦੇ ਵਿੱਚ, ਤੇ ਅਲਟੀਮੇਟਲੀ ਉਹ ਸਿਕਿਉਰਟੀਆਂ ਵੀ ਮੰਨ ਰਹੇ ਨੇ ਤੇ ਉਹਨਾਂ ਦਾ ਲੀਗਲੀ ਜਿਹੜਾ ਸਜ਼ਾਵਾਂ ਦੇਣ ਦਾ ਰਸਤਾ ਉਹ ਪਿਛਲੀ ਕੈਪਟਨ ਸਰਕਾਰ ਤੇ ਉਸ ਤੋਂ ਪਹਿਲੀ ਸਰਕਾਰ ਨੇ ਆਪਣੀ ਲੀਗਲ ਟੀਮ ਰਾਹੀਂ, ਪੁਲਿਸ ਰਾਹੀਂ, ਐਡਵੋਕੇਟ ਜਨਰਲ ਰਾਹੀਂ, ਉਹ ਸਾਰੇ ਵੱਡੇ ਜਿਹੜੇ ਮਗਰਮੱਛ ਸੀ ਉਹਨਾਂ ਦਾ, ਮੈਨੂੰ ਐਂ ਲੱਗਦਾ ਕਿ ਇਹ ਚਾਹੇ 100 ਦਿਨ ਦੀ ਸਰਕਾਰ ਬਣ ਵੀ ਗਈ ਹੈ ਪਰ ਉਹਨਾਂ ਦਾ ਪੱਕੇ ਤੌਰ ਤੇ ਜਿਹੜਾ ਇੰਤਜ਼ਾਮ ਉਹਨਾਂ ਨੇ ਉਹਨਾਂ ਦੇ ਬਚਾਅ ਦਾ ਕੀਤਾ ਹੋਇਆ, ਜਿਹਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜਾ ਹਾਈ ਕੋਰਟ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਹੁਣ ਪਿੱਛੇ ਜੇ ਫੈਸਲਾ ਆਇਆ ਕਿ ਤੁਸੀਂ ਚੋਣਾਂ ਤੱਕ ਸੁਮੇਧ ਸੈਣੀ ਨੂੰ ਅਰੈਸਟ ਨਹੀਂ ਕਰ ਸਕਦੇ, ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਉਹ ਇਹਨਾਂ ਲੋਕਾਂ ਨੂੰ ਬਚਾਉਣ ਲਈ ਔਰ ਜਿਹੜੇ ਟੂਲ ਜਿਹੜੇ ਬੰਦੇ ਏਜੰਸੀਆਂ ਨੇ ਇੱਕ ਟਾਈਮ ਤੇ ਵਰਤ ਲਏ ਨੇ ਉਹਨਾਂ ਨੂੰ ਬਚਾਉਣ ਲਈ ਆਖਰੀ ਸਮੇਂ ਦੇ ਵਿੱਚ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਅੱਜ ਇਹ ਆਪਣੀ ਮੌਤੇ ਮਰ ਜਾਂਦੇ ਨੇ ਜਾਂ ਅੱਜ ਇਹਨਾਂ ਦੇ ਨਾਲ ਅਸੀਂ ਇਹਨਾਂ ਦਾ ਬਚਾਅ ਨਹੀਂ ਕਰਦੇ ਤਾਂ ਅਗਲੀ ਵਾਰੀ ਸਟੇਟ ਦਾ ਹੋਰ ਕੋਈ ਟੂਲ ਬਣਨ ਨੂੰ ਤਿਆਰ ਨਹੀਂ ਹੋਏਗਾ। ਜੀ ਹੁਣ ਜੇ ਆਪਾਂ ਰਾਜਨੀਤੀ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਕੀਤੀ ਜਾਂਦੀ ਹੈ ਮੋਦੀ ਦੀ ਰਾਜਨੀਤੀ ਤੋਂ ਹਟ ਕੇ ਲੋਕਾਂ ਨੂੰ ਫ੍ਰੀ ਸਹੂਲਤਾਂ ਵਾਰ-ਵਾਰ ਕਹਿੰਦਾ, ਕੋਈ ਕਹਿੰਦਾ ਵੀ ਤੁਹਾਨੂੰ ਯੂਨਿਟ ਮਾਫ ਇੰਨੀ ਯੂਨਿਟਾਂ ਦੇਵਾਂਗੇ, ਕੋਈ 400 ਯੂਨਿਟ ਦੀ ਗੱਲ ਕਰਦਾ, ਕੋਈ 300 ਯੂਨਿਟ ਦੀ ਗੱਲ ਕਰਦਾ, ਪਰ ਰੁਜ਼ਗਾਰ ਜਾਂ ਹੋਰ ਮਸਲੇ ਬਹੁਤ ਗੰਭੀਰ ਨੇ ਜੋ ਪੰਜਾਬ ਦੇ ਵਿੱਚ ਹਾਲੇ ਵੀ ਬਰਕਰਾਰ ਨੇ। ਤੇ ਜਿਹੜੀਆਂ ਪਾਰਟੀਆਂ ਫ੍ਰੀ ਦਾਅਵਾ ਕਰਦੀਆਂ, ਜਿਹੜੀ ਮੇਨ ਮੁੱਦੇ ਦੀ ਗੱਲ ਆ, ਲੋਕੀ ਜਿਹੜੇ ਕਿਉਂ ਨਹੀਂ ਜਿਹੜੇ ਇਸ਼ੂ ਚੱਕ ਰਹੇ ਫ੍ਰੀ ਦੇ ਮਗਰ ਹਜੇ ਵੀ ਪਏ ਆ, ਉਹਨੂੰ ਪੁਰਾਣੀ ਸਰਕਾਰ ਤੋਂ ਵੀ ਕੋਈ ਸ਼ੇਅਰ ਨਹੀਂ ਮਿਲੀ ਹੈ। ਦੇਖੋ ਪਹਿਲਾਂ ਸਿੱਖ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਉਹ ਜਰ ਜੋਰੂ ਜ਼ਮੀਨ ਲਈ ਨਹੀਂ ਹੋਈਆਂ, ਉਹਦੇ 'ਚ ਸਭ ਤੋਂ ਇੰਪੋਰਟੈਂਟ ਪਾਰਟ ਇੱਕ ਹੁੰਦਾ ਸੀ ਜਸਟਿਸ ਤੇ ਸਵੈਮਾਣ, ਸੈਲਫ ਰਿਸਪੈਕਟ। ਜਦੋਂ ਦਾ ਅਸੀਂ ਆਪਣਾ ਕਿਰਦਾਰ ਛੱਡਿਆ ਸਾਡੀ ਜ਼ਿੰਦਗੀ ਦੇ ਵਿੱਚੋਂ ਸੈਲਫ ਰਿਸਪੈਕਟ ਦੀ ਅਹਿਮੀਅਤ ਘਟੀ ਹੈ, ਉਦੋਂ ਤੋਂ ਲੀਡਰਾਂ ਨੇ ਸਾਨੂੰ ਭਿਖਾਰੀਆਂ ਵਾਂਗੂ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਔਰ ਉਹ ਸਾਨੂੰ ਜਿਸ ਨਜ਼ਰੀਏ ਨਾਲ ਦੇਖਦੇ ਨੇ ਕਿ ਇੱਕ ਚਰਾਹੇ ਦੇ ਵਿੱਚ ਠੂਠਾ ਫੜ ਕੇ ਖੜਿਆ ਹੋਇਆ ਬੰਦਾ ਜਿਹੜਾ ਆਪਣੇ ਤੇ ਹੋਏ ਧੱਕੇ ਲਈ ਜਸਟਿਸ ਮੰਗਣ ਲਈ ਪੱਟਾਂ ਤੇ ਹੱਥ ਮਾਰ ਕੇ ਵੈਣ ਪਾਉਂਦਾ ਤੇ ਜਾਂ ਫਿਰ ਢਿੱਡ ਤੇ ਹੱਥ ਮਾਰ ਕੇ ਰੋਟੀ ਮੰਗਦਾ, ਤਾਂ ਉਹ ਸਾਨੂੰ ਲੋਕਾਂ ਨੂੰ ਇੱਥੇ ਤੱਕ ਹੀ ਮਾਨਸਿਕ ਪੱਧਰ ਤੇ ਦੇਖਣਾ ਚਾਹੁੰਦੇ ਨੇ। ਕਿਸੇ ਦਾ ਲੈਵਲ ਅਲੱਗ ਹੋ ਸਕਦਾ ਹੈ ਨਾ, ਕਿ ਕੋਈ ਅਹੁਦੇ ਲੈਣ ਲਈ ਵੈਣ ਪਾਉਂਦਾ ਫਿਰਦਾ ਠੂਠੇ ਚੱਕ ਕੇ ਖੜਾ, ਤੁਸੀਂ ਆ ਪਿਛਲੇ 2-3 ਦਿਨਾਂ 'ਚ ਦੇਖ ਹੀ ਲਿਆ ਵੀ ਕਿੰਨੇ ਲਗਜ਼ੀਰੀਅਸ ਭਿਖਾਰੀ ਫੋਰਚੂਨਰਾਂ ਦੇ ਵਿੱਚੋਂ ਉਤਰ ਕੇ, ਸਿਕਿਉਰਟੀਆਂ 'ਚ ਉਤਰ ਕੇ ਠੂਠੇ ਫੜ ਕੇ ਹਾਈ ਕਮਾਂਡ ਦੇ ਮੂਹਰੇ ਖੜੇ ਸੀ, ਹੈ ਨਾ। ਤਾਂ ਭਿਖਾਰੀ ਜ਼ਰੂਰੀ ਨਹੀਂ ਵੀ ਜਿਹਦੇ ਮਤਲਬ ਕੱਪੜੇ ਪਾਟੇ ਹੋਣ ਤੇ ਰੋਟੀ ਵਾਸਤੇ ਹੀ ਭੀਖ ਮੰਗਦਾ ਹੋਵੇ, ਗੱਲ ਤਾਂ ਤੁਹਾਡੇ ਮਾਨਸਿਕ ਪੱਧਰ ਦੀ ਹੈ। ਜਿਹੜਾ ਸਵੈਮਾਣ ਹੈ, ਜਿਹੜੀ ਉਹ ਅਹਿਮੀਅਤ ਸੀਗੀ ਸਾਡੀ ਸੈਲਫ ਰਿਸਪੈਕਟ ਦੀ, ਜਿਵੇਂ ਲੋਕਾਂ ਵਿੱਚੋਂ ਨਿਕਲੀ, ਜਿਵੇਂ ਲੀਡਰਾਂ ਵਿੱਚੋਂ ਨਿਕਲੀ, ਤਾਂ ਲੀਡਰ ਵੀ ਲੋਕਾਂ 'ਚੋਂ ਨਿਕਲੇ ਨੇ। ਉਹਨਾਂ ਨੇ ਜਿਵੇਂ ਜਿਵੇਂ ਲੋਕਾਂ ਦਾ ਕਿਰਦਾਰ ਜੱਜ ਕੀਤਾ ਹੋਇਆ, ਇਹ ਐਕਚੁਅਲੀ ਗੱਲਾਂ ਕਈ ਵਾਰੀ ਇਫੈਕਟ ਕਰ ਜਾਂਦੀਆਂ ਕਿ ਸੱਚੀ ਮੁੱਚੀ ਤੁਸੀਂ ਦੇਖੋ ਵੀ ਜਦੋਂ ਇਹ ਐਲਾਨ ਹੁੰਦੇ ਨੇ ਕਿ ਤੁਹਾਨੂੰ ਘਿਓ ਦਿਆਂਗੇ, ਖੰਡ ਦਿਆਂਗੇ, ਚਾਹ ਪੱਤੀ ਦਿਆਂਗੇ, ਤਾਂ ਬਹੁਤ ਸਾਰੀਆਂ ਵੋਟਾਂ ਸੱਚੀ ਮੁੱਚੀ ਉਸ ਸੈਕਸ਼ਨ ਨੂੰ ਭੁਗਤ ਵੀ ਜਾਂਦੀਆਂ ਨੇ। ਤਾਂ ਇੱਥੇ ਕਸੂਰ ਤੇ ਲੋਕਾਂ ਦਾ ਹੈ ਜਿਨ੍ਹਾਂ ਨੇ ਆਪਣਾ ਸਵੈਮਾਣ ਗਵਾ ਲਿਆ। ਉਹ ਸਵੈਮਾਣ ਜਿਹੜਾ 300 ਸਾਲ ਦੀ ਘਾਟ ਘੜ ਕੇ ਇੱਕ ਜਿਹੜਾ ਇਨਸਾਨ ਗੁਰੂ ਸਾਹਿਬ ਨੇ ਘੜਿਆ ਸੀ, ਜਿਹਦੇ ਲਈ ਆਪਣੇ ਲਈ ਸਭ ਤੋਂ ਇੰਪੋਰਟੈਂਟ ਉਹਦੀ ਸੈਲਫ ਰਿਸਪੈਕਟ ਸੀ, ਜਿਹਦੇ ਲਈ ਉਹਨੂੰ ਬਚਾਉਣ ਲਈ ਔਰ ਉਹਨੂੰ ਬਰਕਰਾਰ ਰੱਖਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ। ਅੱਜ ਉਹ ਹੀ ਪੰਜਾਬ ਦੇ ਪੰਜਾਬੀਆਂ ਦਾ ਕਿਰਦਾਰ ਚਾਹ ਪੱਤੀਆਂ, ਖੰਡਾਂ, ਘਿਓ, ਆਟੇ ਤੱਕ ਲਿਆ ਕੇ ਸੀਮਿਤ ਕਰ ਦਿੱਤਾ ਹੋਇਆ। ਤਾਂ ਉਹ ਮੈਨੂੰ ਲੱਗਦਾ ਕਿ ਇਹਦੇ 'ਚ ਲੀਡਰਾਂ ਦਾ ਕਸੂਰ ਨਹੀਂ ਹੈ। ਜਿਹੜਾ ਸੈਕਸ਼ਨ ਸੱਚੀ ਮੁੱਚੀ ਭੁਗਤ ਜਾਂਦਾ, ਜਦੋਂ ਇਹਨਾਂ ਇਹੋ ਜਿਹੇ ਐਲਾਨਾਂ ਦੇ ਨਾਲ ਵੋਟਾਂ ਭੁਗਤਣੀਆਂ ਬੰਦ ਹੋ ਜਾਣਗੀਆਂ, ਇਹੋ ਜਿਹੇ ਐਲਾਨ ਵੀ ਬੰਦ ਹੋ ਜਾਣਗੇ। ਜੀ ਅਖੀਲਾ ਸਵਾਲ ਇਹ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਹੋਵੇ, ਉਹਦੀ ਡੋਰ ਦਿੱਲੀ ਵਿੱਚ ਅਟਕੀ ਹੋਈ ਆ। ਹੁਣ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਚਿਹਰਾ ਕਿੱਥੋਂ ਅਪਾਇੰਟ ਹੋਇਆ, ਦਿੱਲੀ ਦੇ ਵਿੱਚ, ਕਹਿੰਦੇ ਸੋਨੀਆ ਗਾਂਧੀ ਦਾ ਹੱਥ ਆ। ਸਾਰੀਆਂ ਜਿਹੜੀ ਸਰਕਮਸਟੈਂਸਿਸ ਦੀ ਗੱਲ ਕਰੀਏ ਤਾਂ ਵਾਰ-ਵਾਰ ਦਿੱਲੀ, ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਦਿੱਲੀ, 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 ਦਿੱਲੀ। ਪੰਜਾਬ ਨੂੰ ਥੱਲੇ ਲਾਉਣ ਵਾਸਤੇ ਉੱਥੋਂ ਹੀ ਪੁਆਇੰਟ ਕਿਉਂ ਹੁੰਦਾ ਵਾਰ-ਵਾਰ? ਦੇਖੋ ਇੱਕ ਤਾਂ ਚਲੋ ਸਟੇਟ ਨੇ ਇਹਨਾਂ ਕੋਲ ਬਹਾਨਾ ਹੈ ਵੀ ਸਟੇਟ ਨੇ ਸੈਂਟਰ ਨਾਲ ਡੀਲ ਕਰਨਾ ਹੈ, ਔਰ ਹੁਣ ਤਾਂ ਜਿਸ ਤਰੀਕੇ ਨਾਲ ਸੈਂਟਰਲਾਈਜੇਸ਼ਨਸ ਪਾਵਰ ਦੀ ਹੋ ਗਈ ਹੈ ਅਤੇ ਤੁਹਾਡਾ ਟੈਕਸ ਔਰ ਤੁਹਾਡੇ ਵੱਡੇ ਡਿਸੀਜਨਸ ਸਾਰੇ ਜਿਹੜੇ ਆ ਉਹ ਸੈਂਟਰ ਲੈਂਦੀ ਹੈ, ਔਰ ਸੈਂਸਿਟਿਵ ਸਟੇਟ ਦੇ ਨਾਂ 'ਤੇ ਏਜੰਸੀਆਂ ਨੇ ਇੱਥੇ ਸ਼ੁਰੂ ਤੋਂ ਹੀ ਆਪਣਾ ਇੱਕ ਬੈਕਅਪ ਜਾਂ ਪੂਰਾ ਕੰਟਰੋਲ ਰੱਖਿਆ ਹੋਇਆ ਹੈ ਕਿ ਪੰਜਾਬ ਦਾ CM ਚਾਹ ਕੇ ਵੀ ਆਪਣੀ ਮਰਜ਼ੀ ਦਾ DGP, ਐਡਵੋਕੇਟ ਜਨਰਲ ਅਤੇ ਚੀਫ ਸੈਕਟਰੀ ਨਹੀਂ ਲਾ ਸਕਦਾ।
ਉਹਦੇ ਲਈ ਡੀਜੀਪੀ ਐਡਵੋਕੇਟ ਜਨਰਲ ਤੇ ਚੀਫ ਸੈਕਟਰੀ ਲੱਗਣ ਦੇ ਚਾਹਵਾਨ ਦਿੱਲੀ ਗੇੜੇ ਕੱਢ ਕੇ ਆਉਂਦੇ ਨੇ। ਬਹੁਤ ਸਾਰੇ ਫੈਸਲੇ ਅਜੀਤ ਡੋਵਾਲ ਵਰਗੇ ਬੰਦੇ ਪੰਜਾਬ ਦੇ ਲਈ ਲੈਂਦੇ ਨੇ। ਪਰ ਗੱਲ ਇਹ ਹੈ ਵੀ ਜਿਨ੍ਹਾਂ ਨੇ ਤਾਂ ਸਰਕਾਰਾਂ ਚਲਾਉਣੀਆਂ ਨੇ ਉਹਨਾਂ ਨੇ ਸੈਂਟਰ ਨਾਲ ਡੀਲ ਵੀ ਕਰਨਾ, ਉਹਨਾਂ ਨੇ ਪੈਸਾ ਵੀ ਲੈਣਾ ਸੈਂਟਰ ਤੋਂ, ਟੈਕਸ ਦੇਣਾ ਵੀ ਆ, ਵਾਪਸ ਵੀ ਲੈਣਾ। ਸਵਾਲ ਇਹ ਆ ਵੀ ਜਿਹੜੇ ਸਾਡੇ ਲੀਡਰ ਹੋਣ ਦਾ ਦਾਅਵਾ ਕਰਦੇ ਨੇ, ਜਿਹੜੇ ਸਾਡੇ ਪੰਥਕ ਲੀਡਰ ਨੇ, ਜਿਹੜੇ ਸਾਡੇ ਪੰਜਾਬ ਤੇ ਪੰਥ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਨੇ, ਸਾਡੇ ਲਈ ਖਤਰਨਾਕ ਉਹ ਨੇ ਜਿਹੜੇ ਅੰਦਰ ਖਾਤੇ ਦਿੱਲੀੋਂ ਚੱਲਦੇ ਨੇ, ਨਾ ਕਿ ਜਿਹੜੇ ਐਲਾਨੀਆਂ ਦਿੱਲੀੋਂ ਚੱਲਦੇ ਨੇ, ਹੈ ਨਾ। ਕੈਪਟਨ ਐਲਾਨੀਆਂ ਦਿੱਲੀ ਚੱਲਦਾ, ਸੁਖਬੀਰ ਚਾਹੇ ਕੋਈ ਵੀ ਪਾਰਟੀ ਆ, ਬੀਜੇਪੀ ਆ, ਕਾਂਗਰਸ ਆ, ਬੀਐਸਪੀ, ਐਲਾਨੀਆਂ ਦਿੱਲੀ ਚੱਲਦੇ ਨੇ। ਸਾਡੇ ਲਈ ਉਹ ਐਡੇ ਖਤਰਨਾਕ ਨਹੀਂ ਨੇ। ਸਾਡੇ ਲਈ ਉਹ ਨੇ ਜਿਹੜੇ ਲੋਕ ਲੀਡਰ ਬਣ ਕੇ ਸਾਡੇ ਵਿੱਚ ਐਜ਼ ਆ ਸਰਕਾਰ ਦੇ ਖਿਲਾਫ ਜਾਂ ਸੈਂਟਰ ਦੇ ਖਿਲਾਫ ਓਪੋਜੀਸ਼ਨ ਦਾ ਰੋਲ ਨਿਭਾਉਣ ਲਈ ਸਾਡੇ ਪੰਥਕ ਲੀਡਰ ਬਣਦੇ ਨੇ, ਸਾਡਾ ਬੇੜਾ ਗਰਕ ਉਹ ਕਰਦੇ ਨੇ, ਜਿਹੜੇ ਰਹਿੰਦੇ ਸਾਡੇ ਵਿੱਚ ਨੇ, ਖਾਂਦੇ ਸਾਡਾ ਨੇ ਔਰ ਵਡਿਆਈ ਸਾਡੇ ਤੋਂ ਲੈਂਦੇ ਨੇ, ਹੈ ਨਾ, ਸਰੂਪੇ ਸਾਡੇ ਕੋਲ ਲੈਂਦੇ ਨੇ, ਪਰ ਕੰਮ ਅੰਦਰ ਖਾਤੇ ਦਿੱਲੀ ਦੇ ਹਿਸਾਬ ਨਾਲ ਕਰਦੇ ਨੇ। ਸਾਡੇ ਲਈ ਉਹ ਜ਼ਿਆਦਾ ਖਤਰਨਾਕ ਨੇ। ਅਲਟੀਮੇਟਲੀ ਦਿੱਲੀ ਸਿਰਫ ਤੁਹਾਡੀ ਸਰਕਾਰ ਦੇ ਚਿਹਰਿਆਂ ਨੂੰ ਨਹੀਂ ਓਪਰੇਟ ਕਰਦੀ, ਸਰਕਾਰ ਦੇ ਖਿਲਾਫ ਚੱਲਣ ਵਾਲੇ ਚਿਹਰਿਆਂ ਨੂੰ ਵੀ ਉਹੀ ਓਪਰੇਟ ਕਰਦੀ ਹੈ। ਜੀ, ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਦਿੱਲੀ ਆ ਉਹ ਸਰਕਾਰ ਪੰਜਾਬ ਦੇ ਨਾਲ ਬਹੁਤ ਇਹਨਾਂ ਦਾ ਗੂੜਾ ਸੰਬੰਧ ਆ। ਪੰਜਾਬ ਦੇ ਨਾਲ ਜੋ ਆਪਰੇਸ਼ਨ ਹੁੰਦੇ, ਜੋ ਵੀ ਅੰਦਰ ਖਾਤੇ 'ਚ ਉਹ ਪੁਆਇੰਟ ਹੁੰਦੇ ਆ, ਚਾਹੇ ਅਹੁਦੇਦਾਰ ਹੋਣ ਦਿੱਲੀ ਪੁਆਇੰਟ ਹੁੰਦੇ, ਤੇ ਉਹਨਾਂ ਨੂੰ ਦਿੱਲੀ ਗੇੜੇ ਲਾਉਣੇ ਹੀ ਪੈਂਦੇ ਆ। ਸੋ ਧੰਨਵਾਦ ਆ ਬਹੁਤ ਬਹੁਤ ਇਹਨਾਂ ਦਾ। ਸੋ ਕੈਮਰਾਮੈਨ ਦੀਪ ਬਾਜਵਾ ਦੇ ਨਾਲ ਮੈਂ ਅਮਰਵੀਰ ਸਿੰਘ, ਫਗਵਾੜਾ ਜਿੰਦਾਬਾਦ ਚੈਨਲ।